असलामुअलैकुम दोस्तों, मैं डॉक्टर लाला ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਅੱਜ ਇਸ ਟੌਪਿਕ 'ਤੇ ਮੈਂ ਗੱਲ ਕਰਨਾ ਸ਼ੁਰੂ ਕਰਾਂਗਾ। ਉਸ ਟੌਪਿਕ ਦਾ ਨਾਂ ਹੈਗਾ ਡੇਅਰੀ ਫਾਰਮਿੰਗ। ਇਹ ਟੌਪਿਕ ਬੇਸਿਕਲੀ 3 ਹਿੱਸਿਆਂ ਦੇ ਵਿੱਚ ਹੋਏਗਾ। ਪਹਿਲੇ ਹਿੱਸੇ ਦੇ ਵਿੱਚ ਮੈਂ ਇਸ ਚੀਜ਼ 'ਤੇ ਰੋਸ਼ਨੀ ਡਾਲਾਂਗਾ ਕਿ ਡੇਅਰੀ ਫਾਰਮਿੰਗ ਕਿਉਂ ਕੀਤੀ ਜਾਏ। ਦੂਸਰੇ ਹਿੱਸੇ ਦੇ ਵਿੱਚ ਮੈਂ ਦੱਸਾਂਗਾ ਕਿ ਕਿਸ ਤਰ੍ਹਾਂ ਕੀਤੀ ਜਾਏ। ਅਤੇ ਤੀਸਰੇ ਹਿੱਸੇ ਦੇ ਵਿੱਚ ਮੈਂ ਕੁਛ ਉਹਦੀਆਂ ਇਹਤਿਆਤੀ ਤਦਾਬੀਰ ਦੱਸਾਂਗਾ। ਇਹਦਾ ਕੋਈ ਵੀ ਨੁਕਸਾਨ ਨਹੀਂ, ਇਸ ਵਾਸਤੇ ਦਾ ਮੈਂ ਕੋਈ ਨੁਕਸਾਨ ਨਹੀਂ ਦੱਸਾਂਗਾ। ਕੁਛ ਇਹਤਿਆਤੀ ਤਦਾਬੀਰ ਨੇ ਤੀਸਰੇ ਹਿੱਸੇ ਦੇ ਵਿੱਚ ਮੈਂ ਉਹ ਦੱਸਾਂਗਾ। ਪਹਿਲਾ ਹਿੱਸਾ ਇਹਦਾ ਹੈ ਕਿ ਡੇਅਰੀ ਫਾਰਮਿੰਗ ਕਿਉਂ ਕੀਤੀ ਜਾਏ। ਡੇਅਰੀ ਫਾਰਮਿੰਗ ਕਰਨ ਦੀਆਂ ਕਈ ਵਜੂਹਾਤ ਨੇ। ਇੱਕ ਤਾਂ ਇੱਕ ਐਸਾ ਇਹ ਬਿਜ਼ਨਸ ਹੈਗਾ ਕਿ ਜਿਹਦੇ 'ਤੇ ਤੁਹਾਨੂੰ ਫੌਰੀ ਤੌਰ 'ਤੇ ਅਰਨਿੰਗ ਸ਼ੁਰੂ ਹੋ ਜਾਂਦੀ। ਮਤਲਬ ਕਿ ਤੁਸੀਂ ਅੱਜ ਅਗਰ ਇੱਕ ਦੁੱਧ ਦੇਣ ਵਾਲੀ ਕੋਈ ਮੱਝ ਗਾਂ ਅੱਜ ਲੈ ਕੇ ਆਉਂਦੇ ਹੋ, ਤੁਸੀਂ ਅੱਜ ਹੀ ਉਹਦਾ ਦੁੱਧ ਵੇਚਣਾ ਸ਼ੁਰੂ ਕਰ ਦਿੰਦੇ ਹੋ। ਫੌਰੀ ਤੌਰ 'ਤੇ ਤੁਹਾਨੂੰ ਉਹਦੀ ਅਰਨਿੰਗ, ਉਹਦਾ ਬੱਚਤ, ਉਹਦਾ ਪ੍ਰੋਫਿਟ ਆਉਣਾ ਸ਼ੁਰੂ ਹੋ ਜਾਂਦਾ ਹੈ। ਦੂਸਰਾ ਇਹਦਾ ਫਾਇਦਾ ਇਹਦੇ 'ਚ ਇੰਟੀਗ੍ਰੇਸ਼ਨ ਹੁੰਦੀ ਰਹਿੰਦੀ ਹੈ। ਇੰਟੀਗ੍ਰੇਸ਼ਨ ਦਾ ਮੁਰਾਦ ਵੀ ਇੱਕ ਬਿਜ਼ਨਸ ਨਹੀਂ, ਸਿਰਫ ਦੁੱਧ ਹੀ ਵੇਚਣਾ ਨਹੀਂ ਹੈ। ਤੁਸੀਂ ਇਹਦੇ ਨਾਲ ਰਲਦੇ ਮਿਲਦੇ ਬੜੇ ਕੰਮ ਐਟ ਏ ਟਾਈਮ ਕਰਦੇ ਪਏ ਹੁੰਦੇ ਹੋ। ਜਾਂ ਤੁਸੀਂ ਕਰਦੇ ਪਏ ਹੁੰਦੇ ਹੋ ਜਾਂ ਤੁਸੀਂ ਕਰ ਸਕਦੇ ਹੋ। ਮਸਲਨ ਫਰਜ਼ ਕਰੋ ਤੁਸੀਂ ਦੁੱਧ ਵਾਲੇ ਜਾਨਵਰ ਲੈ ਕੇ ਆਉਂਦੇ ਹੋ, ਮੱਝ ਲੈ ਕੇ ਆਉਂਦੇ ਹੋ, ਗਾਂ ਲੈ ਕੇ ਆਉਂਦੇ ਹੋ। ਇੱਕ ਤਾਂ ਉਹਦਾ ਪ੍ਰੋਫਿਟ ਹੈਗਾ, ਇੱਕ ਉਹਦੀ ਅਰਨਿੰਗ ਹੈਗੀ ਕਿ ਤੁਸੀਂ ਦੁੱਧ ਵੇਚ ਰਹੇ ਹੈਗੇ ਹੋ, ਜਾਂ ਤੁਸੀਂ ਉਹਦਾ ਮੱਖਣ ਤੋਂ ਬਾਅਦ ਉਹਦਾ ਘੀ ਵੇਚ ਰਹੇ ਹੈਗੇ ਹੋ। ਦੂਸਰੀ ਉਹਦੀ ਅਰਨਿੰਗ ਤੁਸੀਂ ਇਹ ਹੋ ਰਹੀ ਹੁੰਦੀ ਕਿ ਉਹਨਾਂ ਦੇ ਛੋਟੇ ਛੋਟੇ ਬੱਚੇ ਨੇ ਜਿਹੜੇ ਆਹਿਸਤਾ ਆਹਿਸਤਾ ਬੜੇ ਹੁੰਦੇ ਜਾਂਦੇ ਨੇ। ਉਹ ਵੀ ਇੱਕ ਤੁਹਾਡਾ ਬਿਜ਼ਨਸ ਸੀ, ਉਹ ਵੀ ਇੱਕ ਪ੍ਰੋਫਿਟ ਹੈ। ਕੱਲ੍ਹ ਨੂੰ ਅਗਰ ਉਹ ਫੀਮੇਲ ਹੈਗੀ ਹੈ, ਅਗਰ ਮਾਦਾ ਹੈਗੀ ਹੈ ਤਾਂ ਕੱਲ੍ਹ ਨੂੰ ਇੱਕ ਗਾਂ ਭੈਂਸ ਬਣ ਸਕਦੀ ਹੈ। ਅਗਰ ਉਹ ਮੇਲ ਹੈਗੀ ਤਾਂ ਕੱਲ੍ਹ ਨੂੰ ਇੱਕ ਭੈਂਸਾ ਬਣ ਸਕਦਾ, ਇੱਕ ਬੁੱਲ ਬਣ ਸਕਦਾ ਹੈ। ਇਸ ਤਰ੍ਹਾਂ ਇਹਦੇ ਤੁਸੀਂ ਕਈ ਪਹਿਲੂਆਂ ਦੇ ਉੱਤੇ ਇੱਕ ਟਾਈਮ 'ਚ ਤੁਸੀਂ ਕਈ ਪਹਿਲੂਆਂ ਦੇ ਉੱਤੇ ਕੰਮ ਕਰਦੇ ਪਏ ਹੁੰਦੇ ਹੋ। ਫਿਰ ਇਹਦਾ ਇਸ ਸ਼ੋਬੇ ਦਾ, ਇਸ ਬਿਜ਼ਨਸ ਦਾ ਡਾਇਰੈਕਟ ਤਾਲੁਕ ਹੈਗਾ ਤੁਹਾਡੇ ਐਗਰੀਕਲਚਰ ਦੇ ਨਾਲ। ਤੁਹਾਡੇ ਕੋਲ ਲੇਬਰ ਹੈ, ਬੰਦੇ ਹੈ, ਤੁਸੀਂ ਫੁੱਲ ਟਾਈਮ ਇਹ ਕੰਮ ਕਰਨਾ ਚਾਹ ਰਹੇ ਹੋ। ਤੁਸੀਂ ਨਾਲ ਆਪਣੀ ਹਲਕੀ ਫੁਲਕੀ ਤੁਸੀਂ ਫਸਲਾਂ ਵਾਲਾ ਕੰਮ ਵੀ ਕਰ ਸਕਦੇ ਹੋ। ਉਹੀ ਬੰਦੇ ਜਿਹੜੇ ਤੁਹਾਡੇ ਜਾਨਵਰਾਂ ਦੀ ਦੇਖਭਾਲ ਕਰਦੇ ਨੇ, ਉਹੀ ਤੁਹਾਡੀ ਫਸਲਾਂ ਦੀ ਦੇਖਭਾਲ ਕਰ ਸਕਦੇ ਹੋ। ਤੁਸੀਂ ਆਪਣਾ ਦੁੱਧ ਚਵਾਈ ਕਰਕੇ ਖੁਦ ਡਾਇਰੈਕਟ ਮਾਰਕੀਟ ਦੇ ਵਿੱਚ ਦੇ ਸਕਦੇ ਹੋ, ਡੋਰ ਟੂ ਡੋਰ ਦੇ ਸਕਦੇ ਹੋ। ਉਹੀ ਲੇਬਰ ਤੁਸੀਂ ਯੂਜ਼ ਕਰ ਸਕਦੇ ਹੋ। ਲਿਹਾਜ਼ਾ ਤੁਸੀਂ ਇੱਕ ਅਗਰ ਬਿਜ਼ਨਸ ਸਟਾਰਟ ਕਰਦੇ ਹੋ ਡੇਅਰੀ ਫਾਰਮਿੰਗ ਦਾ, ਤੁਸੀਂ ਪੈਰਾਲਲ ਕਈ ਕੰਮ ਕਰ ਰਹੇ ਹੁੰਦੇ ਹੋ। ਤੁਸੀਂ ਦੁੱਧ ਦਾ ਕੰਮ ਕਰ ਰਹੇ ਹੋ, ਤੁਸੀਂ ਗੋਸ਼ਤ ਦਾ ਕੰਮ ਕਰ ਰਹੇ ਹੋ। ਤੁਹਾਡੇ ਛੋਟੇ ਬੱਚੇ ਕੱਲ੍ਹ ਨੂੰ ਵੱਡੇ ਭੈਂਸਾਂ ਬਣ ਸਕਦੀਆਂ ਨੇ, ਗਾਵਾਂ ਬਣ ਸਕਦੀਆਂ ਨੇ। ਤੁਸੀਂ ਨਾਲ ਐਗਰੀਕਲਚਰ ਦਾ ਛੋਟਾ ਮੋਟਾ ਕੰਮ ਸ਼ੁਰੂ ਕਰ ਰਹੇ ਹੁੰਦੇ ਹੋ। ਤੁਸੀਂ ਡਾਇਰੈਕਟ ਦੁੱਧ ਦਾ ਜਿਹੜਾ ਨਾ ਉਹ ਡਾਇਰੈਕਟ ਤੁਸੀਂ ਮਾਰਕੀਟ ਦੇ ਵਿੱਚ ਸੇਲ ਕਰ ਰਹੇ ਹੁੰਦੇ ਹੋ। ਇਸ ਵਾਸਤੇ ਇਹ ਬਿਜ਼ਨਸ ਤੁਸੀਂ ਦੇਖੋ ਕਿ ਇਹਦੀ ਗਰੋਥ ਕਿਸ ਤਰ੍ਹਾਂ ਹੈ। ਇਹ ਬਿਜ਼ਨਸ ਆਲ ਇਨ ਆਲ ਤਾਂ ਹੈ ਹੀ ਹੈ, ਲੇਕਿਨ ਇਹਦੇ ਨਾਲ ਸਾਈਡ ਬਿਜ਼ਨਸ ਕਿੰਨੇ ਸਟਾਰਟ ਕਰ ਸਕਦੇ ਹੋ ਤੁਸੀਂ। ਇਸ ਵਾਸਤੇ ਮੈਂ ਇਹੀ ਚਾਹੁੰਦਾ ਕਿ ਬਿਜ਼ਨਸ ਸਟਾਰਟ ਕਰਨ ਵਾਸਤੇ ਇੰਨੀ ਇੱਕ ਲੌਜਿਕ ਜ਼ਿਆਦਾ ਇਹ ਕਾਫੀ ਹੈ ਕਿ ਤੁਸੀਂ ਇੱਕ ਟਾਈਮ 'ਚ ਕਿੰਨਾ ਕੰਮ ਕਰ ਸਕਦੇ ਹੋ। ਲਿਹਾਜ਼ਾ ਇਸ ਤੋਂ ਸਾਬਤ ਹੋ ਰਿਹਾ ਕਿ ਡੇਅਰੀ ਫਾਰਮਿੰਗ ਦਾ ਬਿਜ਼ਨਸ ਜਿਹੜਾ ਇਹ ਬਹੁਤ ਪ੍ਰੋਫਿਟ ਵਾਲਾ ਬਿਜ਼ਨਸ ਹੈਗਾ। ਅਗਰ ਥੋੜ੍ਹੀ ਜਿਹੀ ਇਹਤਿਆਤ ਕੀਤੀ ਜਾਏ, ਥੋੜ੍ਹਾ ਜਿਹਾ ਇਹਦੇ ਵਾਸਤੇ ਪਲੈਨਿੰਗ ਕੀਤੀ ਜਾਏ ਤਾਂ ਬੜਾ ਪ੍ਰੋਫਿਟ ਵਾਲਾ ਬਿਜ਼ਨਸ ਹੈਗਾ। ਅਗਲਾ ਪਾਰਟ ਹੈ ਕਿ ਬਿਜ਼ਨਸ ਕਿਸ ਤਰ੍ਹਾਂ ਸਟਾਰਟ ਕੀਤਾ ਜਾਏ ਡੇਅਰੀ ਫਾਰਮਿੰਗ ਵਾਲਾ। ਡੇਅਰੀ ਫਾਰਮਿੰਗ ਦਾ ਬਿਜ਼ਨਸ ਸਟਾਰਟ ਹਮੇਸ਼ਾ, ਅਗਰ ਤੁਹਾਡਾ ਐਕਸਪੀਰੀਅੰਸ ਨਹੀਂ ਹੈ ਤਾਂ ਛੋਟੇ ਲੈਵਲ ਤੋਂ ਸਟਾਰਟ ਕਰਨਾ ਚਾਹੀਦਾ। ਨੋ ਡਾਊਟ ਤੁਹਾਡੇ ਕੋਲ ਜਿੰਨੀ ਮਰਜ਼ੀ ਇਨਵੈਸਟਮੈਂਟ ਹੈ, ਲੇਕਿਨ ਸਟਾਰਟ ਤੁਹਾਨੂੰ ਹਮੇਸ਼ਾ ਛੋਟੇ ਲੈਵਲ ਤੋਂ ਕਰਨਾ ਚਾਹੀਦਾ। ਤੁਸੀਂ 5 ਤੋਂ 7 ਆਪਣੇ ਜਿਹੜੇ ਹੈਗੇ ਨੇ ਕੈਟਲ ਉੱਥੋਂ ਸ਼ੁਰੂ ਕਰ ਸਕਦੇ ਹੋ। ਲੇਕਿਨ ਮੈਂ ਜੋ ਮਾਰਕੀਟ ਨੂੰ ਓਬਜ਼ਰਵ ਕੀਤਾ, ਤੁਹਾਨੂੰ ਮਿਕਸਿੰਗ ਕਰਨੀ ਚਾਹੀਦੀ ਹੈ ਆਪਣੇ ਡੇਅਰੀ ਫਾਰਮਿੰਗ ਦੇ ਜਾਨਵਰਾਂ ਵਿੱਚ। ਮਸਲਨ ਤੁਸੀਂ ਇੱਕ ਰੇਸ਼ੋ ਬਣਾ ਸਕਦੇ ਹੋ। ਅਗਰ 2 ਗਾਵਾਂ ਨੇ, ਤੁਹਾਨੂੰ ਇੱਕ ਮੱਝ ਰੱਖਣੀ ਚਾਹੀਦੀ। ਇਹਦਾ ਫਾਇਦਾ ਇਹ ਹੋਏਗਾ ਕਿ ਅੱਜ ਕੱਲ੍ਹ ਮੈਂ ਦੇਖ ਰਿਹਾ ਕਿ ਦੁੱਧ ਸੇਲ ਕਰਨ ਦੀ ਕਾਫੀ ਪ੍ਰੋਬਲਮ ਆ ਰਹੀ ਹੈਗੀ। ਜਿਹੜੇ ਹੈਗੇ ਨੇ ਦੋਧੀ, ਇਹ ਦੁੱਧ ਨਹੀਂ ਚੁੱਕ ਰਹੇ ਹੈਗੇ। ਦੋਧੀ ਜਿਹੜੇ ਨਾ ਦੁੱਧ ਨਹੀਂ ਚੁੱਕ ਰਹੇ ਹੈਗੇ। ਦੁੱਧ ਵੇਚਣ ਦੀ ਬੜੀ ਪ੍ਰੋਬਲਮ ਆ ਰਹੀ ਹੈਗੀ। ਅੱਗੋਂ ਘਰਾਂ ਵਾਲੇ ਲੋਕ ਬਹੁਤ ਨਖਰੇ ਕਰ ਰਹੇ ਹੁੰਦੇ ਨੇ ਕਿ ਦੁੱਧ ਪਤਲਾ ਇਹ ਹੈ ਵੋ। ਇਹਦਾ ਤੁਸੀਂ ਸਾਫ਼ ਹੱਲ ਇਹ ਹੈਗਾ ਕਿ ਤੁਸੀਂ ਥੋੜ੍ਹੀ ਜਿਹੀ ਜਾਨਵਰਾਂ ਦੀ ਰੇਸ਼ੋ ਕਰ ਲਓ। ਮਸਲਨ 2 ਗਾਏ ਅਤੇ 1 ਮੱਝ ਦੇ ਹਿਸਾਬ ਨਾਲ ਤੁਸੀਂ ਜਾਨਵਰ ਪਾਲੋ। ਸ਼ੁਰੂ 'ਤੇ ਕੋਸ਼ਿਸ਼ ਕਰੋ ਤੁਸੀਂ ਥੋੜ੍ਹੇ ਜਾਨਵਰਾਂ ਦੇ ਨਾਲ ਇਹ ਕੰਮ ਸ਼ੁਰੂ ਕਰੋ। ਇਹ ਵਕਤ ਦੇ ਨਾਲ ਨਾਲ ਤੁਹਾਨੂੰ ਐਕਸਪੀਰੀਅੰਸ ਹੁੰਦਾ ਜਾਏਗਾ, ਤੁਹਾਡੀ ਮੈਨੇਜਮੈਂਟ ਠੀਕ ਹੁੰਦੀ ਜਾਏਗੀ। ਫਿਰ ਤੁਹਾਨੂੰ ਲੋਸ ਨਹੀਂ ਹੋ ਸਕਦਾ ਕਿਸੇ ਕਿਸਮ ਦਾ। ਤੁਹਾਡੇ ਸਾਰੇ ਬਿਜ਼ਨਸ ਉੱਤੇ ਤੁਹਾਡੀ ਗ੍ਰਿਪ ਹੋ ਜਾਏਗੀ। ਠੀਕ ਹੈ, ਇਹ ਕਰਨ ਦਾ ਤਰੀਕਾ ਹੈਗਾ ਕਿ ਤੁਸੀਂ ਛੋਟੇ ਲੈਵਲ ਤੋਂ ਸ਼ੁਰੂ ਕਰੋ। ਅੱਛੇ ਜਾਨਵਰ ਲਓ, ਹਮੇਸ਼ਾ ਅੱਛੇ ਜਾਨਵਰ। ਗਾਏ ਭੈਂਸ ਜਿਹੜੀ ਹਮੇਸ਼ਾ ਅੱਛੀ ਲਓ।
ਥੋੜ੍ਹੇ ਲਓ ਲੇਕਿਨ ਅੱਛੇ ਲਓ, ਤਾਂ ਕਿ ਜਿਸ ਮਕਸਦ ਲਈ ਤੁਸੀਂ ਲੈ ਰਹੇ ਹੋ ਉਹ ਮਕਸਦ ਤੁਹਾਡਾ ਪੂਰਾ ਹੋ ਜਾਏ। ਇਹ ਨਾ ਹੋਏ ਕਿ ਤੁਹਾਡਾ 80 ਜਾਨਵਰਾਂ ਦੇ ਵਿੱਚ ਓਨਾ ਦੁੱਧ ਹੋਵੇ ਅਤੇ ਕਿਉਂ ਨਾ ਤੁਸੀਂ ਥੋੜ੍ਹੇ ਜਾਨਵਰ ਕੋਈ 10-15 ਜਾਨਵਰਾਂ 'ਚ ਓਨਾ ਦੁੱਧ ਕਰ ਲਿੱਤਾ, ਚਾਹੇ ਉਹਨਾਂ ਦੀ ਅੱਛੀ ਦੇਖਭਾਲ ਕਰਕੇ। ਆਖਰ 'ਤੇ ਮੈਂ ਤੁਹਾਨੂੰ ਕੁਝ ਇਹਤਿਆਤੀ ਤਦਾਬੀਰ ਦੱਸਾਂ ਜਿਹੜੇ ਕਿ ਡੇਅਰੀ ਫਾਰਮਿੰਗ ਵਾਸਤੇ ਬਹੁਤ ਜ਼ਰੂਰੀ ਨੇ। ਸਭ ਤੋਂ ਪਹਿਲੀ ਪ੍ਰੀਕਾਸ਼ਨ ਜਿਹੜੀ ਹੈ ਇਹਤਿਆਤੀ ਤਦਾਬੀਰ ਉਹ ਹੈਗੀ ਹੈ ਜਾਨਵਰ ਦੀ ਸਿਹਤ, ਉਹਦੀ ਉਮਰ। ਹਮੇਸ਼ਾ ਇੱਕ ਨੌਜਵਾਨ ਜਾਨਵਰ ਲਵੋ, ਅੱਛਾ ਜਾਨਵਰ ਲਵੋ, ਸਾਫ ਸੁਥਰਾ ਜਾਨਵਰ ਲਵੋ, ਉਹਨੂੰ ਦੇਖ ਪੜਤਾਲ ਕਰਕੇ ਉਹਦੀ ਅੱਛੀ ਨਸਲ ਵੇਖ ਕੇ, ਉਹਦੀ ਕ੍ਰਾਸ ਵੇਖ ਕੇ, ਉਹਦਾ ਹਰ ਚੀਜ਼ ਅੱਛੀ ਤਰ੍ਹਾਂ ਕਿਸੇ ਅੱਛੇ ਐਕਸਪੀਰੀਅੰਸ ਬੰਦੇ ਨੂੰ ਨਾਲ ਲੈ ਕੇ ਦੇਖ ਕੇ ਫਿਰ ਉਹਨੂੰ ਲਓ। ਅਤੇ ਜਦੋਂ ਤੁਸੀਂ ਡੇਅਰੀ ਫਾਰਮਿੰਗ ਸਟਾਰਟ ਕਰਨੀ ਹੈ ਅਤੇ ਮੇਰਾ ਮਸ਼ਵਰਾ ਇਹ ਹੈ ਅਗਰ ਤੁਸੀਂ ਡੇਅਰੀ ਫਾਰਮਿੰਗ ਵਾਸਤੇ ਸਟਾਰਟ ਕਰਨਾ ਚਾਹ ਰਹੇ ਹੋ ਅਤੇ ਉਹ ਜਾਨਵਰ ਲਓ ਜਿਹੜੇ ਆਲਰੇਡੀ ਥੋੜ੍ਹੇ ਦਿਨਾਂ ਦੇ ਕੋਈ ਸੂਏ ਹੋਏ ਨੇ, ਠੀਕ ਹੈ, ਤਾਂ ਕਿ ਤੁਹਾਨੂੰ ਸ਼ੁਰੂ ਤੋਂ ਕੋਈ ਝਟਕਾ ਨਾ ਲੱਗੇ। ਆਪ ਦੇਖ ਕੇ ਉਹਦੀ ਚਵਾਈ ਕਰਕੇ, ਉਹਦਾ ਬਛੜਾ ਦੇਖ ਕੇ, ਉਹਦੀ ਸਿਹਤ ਦੇਖ ਕੇ ਫਿਰ ਲਓ। ਕਿਸੇ ਵੀ ਕਿਸਮ ਦਾ ਰਿਸਕ ਲੈਣ ਦੀ ਤੁਹਾਨੂੰ ਜ਼ਰੂਰਤ ਹੀ ਨਹੀਂ ਹੈ, ਤਾਂ ਕਿ ਉਹ ਚੀਜ਼ਾਂ ਕੈਟਲ ਲੈ ਕੇ ਆਓ ਜਿਹੜੇ ਆਲਰੇਡੀ ਸੂਏ ਹੋਏ ਨੇ, ਤਾਜ਼ਾ ਸੂਏ ਹੋਏ ਨੇ, ਉਹਨਾਂ ਨੂੰ ਦੇਖ ਪੜਤਾਲ ਕਰਕੇ ਲੈ ਕੇ ਆਓ। ਦੂਸਰੀ ਸਭ ਤੋਂ ਵੱਡੀ ਜਿਹੜੀ ਪ੍ਰੀਕਾਸ਼ਨ ਹੈਗੀ ਹੈ ਲੇਬਰ ਡੇਅਰੀ ਫਾਰਮਿੰਗ ਦਾ ਬਹੁਤ ਵੱਡਾ ਮਸਲਾ ਹੈਗਾ। ਕੰਮ ਸਟਾਰਟ ਕਰਨ ਤੋਂ ਪਹਿਲੇ ਆਪਣੀ ਲੇਬਰ ਦਾ ਫੁੱਲ ਟਾਈਮ ਬੰਦੋਬਸਤ ਕਰੋ, ਤਾਂ ਕਿ ਤੁਹਾਨੂੰ ਕਿਸੇ ਵੀ ਕਿਸਮ ਦਾ ਕੋਈ ਮਸਲਾ ਨਾ ਹੋ ਸਕੇ। ਅਗਰ ਤੁਹਾਡੇ ਕੋਲ ਕੋਈ ਲੇਬਰ ਹੈ ਉਹਦਾ ਬੈਕਅਪ ਵੀ ਹੋਣਾ ਚਾਹੀਦਾ। ਅਗਰ ਇਹ ਬੰਦਾ ਤੁਹਾਡਾ ਛੁੱਟੀ 'ਤੇ ਚੱਲ ਜਾਂਦਾ ਹੈ ਜਾਂ ਲੇਬਰ ਛੱਡ ਜਾਂਦੀ ਹੈ, ਤੁਹਾਡਾ ਉਹਦੇ ਕੋਲ ਬੈਕਅਪ ਵੀ ਹੈ ਕਿ ਨਹੀਂ। ਤੁਹਾਨੂੰ ਆਪ ਕੰਮ ਕਰਨਾ ਆਉਣਾ ਚਾਹੀਦਾ, ਸਾਡਾ ਐਕਸਪੀਰੀਅੰਸ ਹੋਣਾ ਚਾਹੀਦਾ ਇਸ ਕੰਮ ਦਾ ਸਾਰਾ। ਉਸ ਤੋਂ ਬਾਅਦ ਜਾਨਵਰਾਂ ਦੇ ਚਾਰੇ ਦੀ ਇੱਕ ਪ੍ਰੀ ਪਲਾਨ ਸਾਰਾ ਇੰਤਜ਼ਾਮ ਹੋਣਾ ਚਾਹੀਦਾ ਕਿ ਚਾਰਾ ਕਿੱਥੋਂ ਲੈ ਕੇ ਆਉਣਾ। ਇਹ ਤੁਸੀਂ ਜਾਨਵਰ ਲੈ ਕੇ ਆ ਗਏ ਹੋ, ਤੁਹਾਡੇ ਕੋਲ ਚਾਰਾ ਨਹੀਂ ਹੈ, ਡਾਕਟਰੀ ਸਹੂਲੀਅਤ ਦਾ ਜਿਹੜਾ ਨਾ ਪੂਰਾ ਇੰਤਜ਼ਾਮ ਹੋਣਾ ਚਾਹੀਦਾ, ਤਾਂ ਕਿ ਤੁਹਾਨੂੰ ਕੱਲ੍ਹ ਨੂੰ ਕਿਸੇ ਵੀ ਕਿਸਮ ਦੀ ਕੋਈ ਮੁਸੀਬਤ ਜਾਂ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ। ਇਹ ਕੁਛ ਚੀਜ਼ਾਂ ਜਿਹੜੀਆਂ ਮੈਂ ਤੁਹਾਡੇ ਲੋਕਾਂ ਨਾਲ ਸ਼ੇਅਰ ਕੀਤੀਆਂ, ਉਮੀਦ ਹੈ ਕਿ ਤੁਹਾਡੀ ਵਾਸਤੇ ਫਾਇਦਾਮੰਦ ਹੋਣਗੀਆਂ ਔਰ ਤੁਸੀਂ ਲੋਕ ਇਹਨੂੰ ਲਾਈਕ ਕਰੋਗੇ, ਇਹ 'ਤੇ ਇਨਸ਼ਾਅੱਲਾ ਅਮਲ ਕਰੋਗੇ ਅਤੇ ਤੁਹਾਨੂੰ ਕਿਸੇ ਵੀ ਕਿਸਮ ਦਾ ਕੋਈ ਮਸਲਾ ਮਸਾਇਲ ਨਹੀਂ ਹੋਏਗਾ। ਇਨਸ਼ਾਅੱਲਾ ਮੈਂ ਮਜ਼ੀਦ ਵੀਡੀਓਜ਼ ਇਹਨਾਂ ਟਾਪਿਕ ਦੇ ਉੱਤੇ ਬਣਾ ਕੇ ਇਨਸ਼ਾਅੱਲਾ ਤੁਹਾਡੇ ਦੋਸਤਾਂ ਨਾਲ ਸ਼ੇਅਰ ਕਰਦਾ ਰਹਾਂਗਾ, ਅਤੇ ਉਸ ਵਾਸਤੇ ਜ਼ਰੂਰੀ ਹੈ ਕਿ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਤਾਂ ਕਿ ਤੁਹਾਨੂੰ ਬਗੈਰ ਕਿਸੇ ਡਿਲੇ ਤੋਂ ਮੇਰੀਆਂ ਵੀਡੀਓਜ਼ ਮਿਲਦੀਆਂ ਰਹਿਣ। ਥੈਂਕ ਯੂ, ਸ਼ੁਕਰੀਆ, ਅੱਲਾ ਹਾਫਿਜ਼।